ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਵਾਹਿਗੁਰੂ ਸਾਹਿਬ ਜੀਓ। ਕਈ ਕੋਟ पाताल के वासी कई कोट नरक सुरग निवासी कई कोट जन्मै जीवै मरै कई कोट बजोनी फिरै कई कोट बैठत ही खाहे कई कोट घालै थक पाहे कई कोट किए धनवंत कई कोट माया मैं चिंता जह जह भाणा तह तह राखे नानक सब किश प्रभ कै हाथे कई कोट भय बैरागी राम नाम संग तिन लिव लागी कई कोट प्रभ को खोजनते आत्म में ध्यान आत्म में पार ब्रह्म लहंते कई कोट दर्शन प्रभ प्यास तिनको मिलियो प्रभ अविनाश कई कोट मांगै सतसंग पार ब्रह्म तिन लागा रंग जिनको होए आप सो प्रसन्न नानक ते जन सदा धन धन कई कोट खानी अरखंड कई कोट आकाश ब्रह्मंड कई कोट होए अवतार कई जुगत कीनो विस्तार कई बार पसरियो पसार सदा सदा एक एकंकार कई कोट किने बहुभांत प्रभ ते होए प्रभ माहे समात
ताका अंत न जाने कोई, आपे आप नानक प्रभ सोए। कई कोट पार ब्रह्म के दास, तिन होवत आत्म प्रगास। कई कोट तत् के बेते, सदा निहारै एको नेतरे। कई कोट नाम रस पीब है, अमर भये सद सद ही जीव है। कई कोट नाम गुण गाव हैं, आत्म मह आत्म रस सुख सहज समाव है। अपने जन को सास सास समारे, नानक ओए परमेश्वर के प्यारे। अपने जन को सास सास समारे, नानक ओए परमेश्वर के प्यारे। परम सन्मान योग जुगो जुग अटल, चबर तखत दे मालक ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਬਹੁਤ ਹੀ ਵਡਭਾਗੇ ਹਾਂ, ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹੱਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 276। ਆਓ ਗੁਰੂ ਪਿਆਰਿਓ, ਗੁਰੂ ਸਵਾਰਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਅੰਦਰ ਬੈਠੀ ਹੈ, ਆਓ ਇਕਾਗਰਤਾ ਬਣਾਓ। ਲੜੀਵਾਰ ਵਿਚਾਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨਾਂ ਵਿੱਚ 10 ਨੰਬਰ ਅਸ਼ਟਪਦੀ ਦੇ ਆਪਾਂ ਪਹਿਲਾ, ਦੂਸਰਾ, ਤੀਸਰਾ ਤੇ ਚੌਥਾ ਅਤੇ ਸ਼ਲੋਕ ਦੀ ਵਿਚਾਰ ਕੀਤੀ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਇਸ ਅਸ਼ਟਪਦੀ ਦੇ ਅੰਦਰ ਉਸ ਮਾਲਕ ਦੀ ਬੇਅੰਤਤਾਈ ਬਾਰੇ ਸਾਨੂੰ ਸਮਝਾ ਰਹੇ ਨੇ। ਉਸ ਮਾਲਕ ਦੇ ਬੇਅੰਤ ਗੁਣਾਂ ਬਾਰੇ ਚਾਨਣਾ ਪਾ ਰਹੇ ਨੇ। ਇਸ ਰਚਨਾ ਦੇ ਬਾਰੇ, ਕੁਦਰਤ ਬਾਰੇ ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ 5 ਨੰਬਰ ਬੰਦ ਅੰਦਰ ਕਹਿ ਰਹੇ ਨੇ ਜੀ, ਅੱਗੇ ਜਿਹੜੀ ਵਿਚਾਰ ਸ਼ੁਰੂ ਹੁੰਦੀ ਹੈ, ਕਈ ਕੋਟ ਪਤਾਲ ਕੇ ਵਾਸੀ। ਕੱਲ ਵੀ ਆਪਾਂ ਇਸ ਬਾਰੇ ਸਮਝਿਆ ਸੀ। ਕਈ ਕੋਟ ਕਰੋੜਾਂ ਲੋਕ, ਕੋਟ ਦਾ ਅਰਥ ਹੁੰਦਾ ਜੀ ਕਰੋੜ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਕਰੋੜਾਂ ਜੀ ਪਤਾਲ ਵਿੱਚ ਵਸਣ ਵਾਲੇ ਹਨ ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿੱਚ ਵਸਣ ਵਾਲੇ ਹਨ। ਹੁਣ ਇਹਨੂੰ ਧਿਆਨ ਨਾਲ ਸਮਝਿਓ। ਗੁਰਬਾਣੀ ਦੇ ਅੰਦਰ ਨਰਕ ਤੇ ਸੁਰਗ ਬਾਰੇ ਬਹੁਤ ਵਾਰ ਆਪਾਂ ਪੜ੍ਹਦੇ ਹਾਂ। ਜਿੱਥੇ ਮਹਾਰਾਜ ਨੇ, ਬਾਬਾ ਕਬੀਰ ਸਾਹਿਬ ਜੀ ਆਪਣੀ ਬਾਣੀ ਅੰਦਰ ਕਹਿ ਰਹੇ ਨੇ, ਸੁਰਗ ਨਰਕ ਤੇ ਮੈਰਿਓ ਸੰਤਨ ਕੈ ਪ੍ਰਸਾਦ। ਹੁਣ ਇੱਥੇ ਨਰਕ ਤੇ ਸੁਰਗ ਦਾ ਅਰਥ ਕੀ ਆ? ਦੁਖੀ ਅਤੇ ਸੁਖੀ। ਨਰਕ ਕਿਹਨੂੰ ਕਿਹਾ ਜਾਂਦਾ? ਜਿੱਥੇ ਦੁੱਖ ਹੁੰਦਾ।
ਜਿੱਥੇ ਬਹੁਤ ਜ਼ਿਆਦਾ ਦੁੱਖ ਹੁੰਦਾ, ਤਕਲੀਫ ਹੁੰਦੀ ਹੈ, ਉਹਨੂੰ ਨਰਕ ਕਹਿੰਦੇ ਆਪਾਂ। ਸਵਰਗ ਕਿਹਨੂੰ ਕਿਹਾ ਜਾਂਦਾ? ਜਿੱਥੇ ਸੁੱਖ ਹੁੰਦਾ। ਮਰਨ ਤੋਂ ਬਾਅਦ ਵਾਲਾ ਨਰਕ ਜਾਂ ਸਵਰਗ ਗੁਰਬਾਣੀ ਨੇ ਨਹੀਂ ਮੰਨਿਆ। ਠੀਕ ਹੈ, ਕੋਈ ਵੱਖਰਾ ਧਰਮ, ਕੋਈ ਵੱਖਰਾ ਅਦਾਰਾ, ਕੋਈ ਵੱਖਰੀ ਪੁਸਤਕ ਗ੍ਰੰਥ ਮੰਨਦਾ ਹੋਵੇਗਾ, ਉਹ ਇੱਕ ਵੱਖਰੀ ਵਿਚਾਰ ਆ ਗਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੀ ਨਿਰੋਲ ਤੇ ਸਪਸ਼ਟ ਗੱਲ ਕਰਦੇ ਨੇ। ਸਤਿਗੁਰੂ ਮਹਾਰਾਜ ਸਾਨੂੰ ਕਰਮ ਕਾਂਡਾਂ ਦੇ ਵਿੱਚੋਂ, ਜੰਜਾਲਾਂ ਦੇ ਵਿੱਚੋਂ ਕੱਢਦੇ ਨੇ। ਮਹਾਰਾਜ ਕਹਿੰਦੇ ਭਾਈ ਜੇ ਸਵਰਗ ਅਤੇ ਨਰਕ ਵੇਖਣਾ ਨਾ, ਇਸ ਦੁਨੀਆ ਅੰਦਰ ਹੀ ਵੇਖ ਸਕਦਾ ਹੈ। ਅੱਜ ਵੀ ਆਪਾਂ ਸੰਸਾਰ ਅੰਦਰ ਵਿਚਰਦੇ ਹਾਂ, ਦੁਨੀਆ ਅੰਦਰ ਵਿਚਰਦੇ ਹਾਂ, ਸਮਾਜ ਅੰਦਰ ਵਿਚਰਦੇ ਹਾਂ। ਅੱਜ ਆਪਾਂ ਸਵਰਗ ਵੀ ਵੇਖ ਲੈਂਦੇ ਹਾਂ, ਨਰਕ ਵੀ ਵੇਖ ਲੈਂਦੇ ਹਾਂ। ਬਹੁਤੇ ਲੋਕੀ ਵਿਚਾਰੇ ਅੱਜ ਵੀ ਨਰਕ ਦੀ ਜੂਨ ਭੋਗ ਰਹੇ ਨੇ, ਬਹੁਤੇ ਲੋਕੀ ਸਵਰਗ ਦੇ ਵਿੱਚ ਵਸ ਰਹੇ ਨੇ। ਅੱਜ ਦੁਖੀ ਵੀ ਬਹੁਤ ਨੇ ਤੇ ਸੁਖੀ ਵੀ ਬਹੁਤ ਨੇ। ਦੁੱਖ ਅਤੇ ਸੁੱਖ ਨੂੰ ਮਹਾਰਾਜ ਇੱਥੇ ਨਰਕ ਅਤੇ ਸਵਰਗ ਦਾ ਨਾਂ ਦਿੰਦੇ ਨੇ। ਜਿੱਥੇ ਦੁੱਖ ਆ ਗਿਆ ਉਹ ਨਰਕ ਬਣ ਜਾਂਦਾ, ਜਿੱਥੇ ਸੁੱਖ ਆ ਗਿਆ ਉਹ ਸਵਰਗ ਬਣ ਜਾਂਦਾ। ਇੱਥੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ, ਕਰੋੜਾਂ ਲੋਕ ਨਰਕ ਅਤੇ ਸਵਰਗ ਵਿੱਚ ਰਹਿੰਦੇ ਨੇ। ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ, ਜਿਉਂਦੇ ਜਾਗਦੇ ਲੋਕ ਨਰਕ ਦੇ ਅੰਦਰ ਵੀ ਨੇ ਤੇ ਸਵਰਗ ਦੇ ਅੰਦਰ ਵੀ ਨੇ। ਦੁੱਖ ਵੀ ਭੋਗ ਰਹੇ ਨੇ, ਸੁੱਖ ਵੀ ਭੋਗ ਰਹੇ ਨੇ। ਅੱਗੇ ਮਹਾਰਾਜ ਕਹਿੰਦੇ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ। ਕਰੋੜਾਂ ਲੋਕ ਜਨਮਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਜੀਵਦੇ ਨੇ, ਅਤੇ ਕਰੋੜਾਂ ਹੀ ਮਰਦੇ ਨੇ। ਕੁਦਰਤ ਦਾ ਵਿਧਾਨ ਕਹਿ ਲਓ, ਪ੍ਰਮਾਤਮਾ ਦਾ ਨਿਯਮ ਕਹਿ ਲਓ, ਇਹ ਚੱਲਦਾ ਰਹਿਣਾ ਹੈ। ਸੰਸਾਰ ਦੀ ਪਦੈਸ਼, ਸੰਸਾਰ ਦਾ ਨਾਸ਼ ਹੋ ਜਾਣਾ, ਇਹ ਪ੍ਰਸੰਗ, ਇਹ ਲੜੀ ਕਹਿ ਲਓ, ਇੱਕ ਇਕਸਾਰ ਚੱਲਦੀ ਰਹਿਣੀ ਹੈ। ਅੱਗੇ ਮਹਾਰਾਜ ਕਹਿੰਦੇ, ਕਈ ਕੋਟ ਬਹੁ ਜੋਨੀ ਫਿਰੈ। ਕਰੋੜਾਂ ਲੋਕ ਜੂਨਾਂ ਵਿੱਚ ਭਟਕਦੇ ਨੇ। ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਇਸ ਤਰ੍ਹਾਂ ਵੀ ਲਿਖਿਆ, ਸਤਿਗੁਰੂ ਮਹਾਰਾਜ ਕਹਿੰਦੇ, ਆਵਾ ਗਵਣ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ। ਆਵਾ ਗਵਣ ਕੀ ਹੁੰਦਾ ਜੀ? ਜੰਮਣਾ ਮਰਨਾ ਕਹਿ ਲਓ। ਆਵਾ ਗਵਣ ਵਾਲਾ ਪ੍ਰਸੰਗ ਟੁੱਟਿਆ ਨਹੀਂ, ਨਿਰੰਤਰ ਚੱਲੀ ਜਾਂਦਾ ਹੈ। ਅੱਖ ਝਮਕਣ ਜਿੰਨਾ ਸਮਾਂ ਕਿਹਾ ਮਹਾਰਾਜ ਨੇ, ਅੱਖ ਝਮਕਣ ਜਿੰਨੇ ਸਮੇਂ ਵਿੱਚ ਬੰਦਾ ਮਰਦਾ ਵੀ ਹੈ ਤੇ ਜੰਮਦਾ ਵੀ ਹੈ। ਇਹਦਾ ਅਰਥ ਪਤਾ ਕੀ ਬਣ ਗਿਆ? ਇਹਦਾ ਭਾਵ ਅਰਥ ਇਹ ਬਣਦਾ, ਮਨੁੱਖ, ਬੰਦਾ ਮਾਨਸਿਕ ਤੌਰ ਤੇ, ਮਨ ਦੇ ਤੌਰ ਤੇ ਬਹੁਤ ਜੂਨਾਂ ਭੋਗਦਾ। ਗੁਰੂ ਸਾਹਿਬ ਦੀ ਬਾਣੀ ਦਾ ਬਚਨ ਹੈ, ਮਹਾਰਾਜ ਕਹਿੰਦੇ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜ਼ਾਰੀ। ਇਹ ਸੱਪ ਵਾਲੀ ਜੂਨ ਹੈ। ਮਹਾਰਾਜ ਨੇ ਜਿਉਂਦੀਆਂ ਜੂਨਾਂ ਦੀ ਇੱਥੇ ਬਾਣੀ ਅੰਦਰ ਬਹੁਤ ਉਦਾਹਰਨਾਂ ਦਿੱਤੀਆਂ ਸਤਿਗੁਰੂ ਮਹਾਰਾਜ ਨੇ। ਕਿਉਂਕਿ ਜੇ ਗੁਰਬਾਣੀ ਨਰਕ ਅਤੇ ਸਵਰਗ ਨੂੰ ਨਹੀਂ ਮੰਨਦੀ, ਫਿਰ ਮਰਨ ਤੋਂ ਬਾਅਦ ਵਾਲੀ ਜੂਨਾਂ ਨੂੰ ਕਿਵੇਂ ਮੰਨ ਲਈਏ? ਜੇ ਗੁਰਬਾਣੀ ਨੇ ਨਰਕ ਅਤੇ ਸਵਰਗ ਨਹੀਂ ਮੰਨਿਆ, ਫਿਰ ਮਰਨ ਤੋਂ ਬਾਅਦ ਅਸੀਂ ਜੂਨ ਕਿਵੇਂ ਮੰਨ ਲਈਏ ਵੀ ਜੂਨ ਕਿਹੜੀ ਹੈ? ਹਾਂ, ਬੰਦਾ ਮਨੁੱਖ ਜਿਉਂਦੇ ਜੀ ਜੂਨ ਭੋਗਦਾ ਹੈ ਜੀ। ਅੱਜ ਸਭ ਤੋਂ ਵੱਧ ਲੋੜ ਆ ਨਾ ਗੁਰਬਾਣੀ ਦੇ ਭਾਵ ਨੂੰ ਤੇ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ। ਆਮ ਤੁਸੀਂ ਵੇਖੋਗੇ ਬਹੁਤੀ ਸੰਗਤ ਦਾ ਜਿਹੜਾ ਦਾਇਰਾ ਹੈ, ਕੱਚੀਆਂ ਪਿੱਲੀਆਂ ਕਹਾਣੀਆਂ, ਕੱਚੀਆਂ ਪਿੱਲੀਆਂ ਸਾਖੀਆਂ ਸੁਣ ਕੇ ਅਸੀਂ ਉੱਥੇ ਹੀ ਖੜ ਗਏ ਹਾਂ। ਅੱਗੇ ਸਾਡਾ ਦਿਮਾਗ ਵਿਕਸਿਤ ਨਹੀਂ ਹੋਇਆ। ਉਹੀ ਪੁਰਾਣੀਆਂ ਗੱਲਾਂ, ਉਹੀ ਬਾਰ-ਬਾਰ ਵਿਚਾਰਾ। ਜਦੋਂ ਅਸੀਂ ਗੁਰਬਾਣੀ ਦੇ ਦਾਇਰੇ ਅੰਦਰ ਰਹਿ ਕੇ ਗੁਰਬਾਣੀ ਦੇ ਭਾਵ ਨੂੰ ਸਮਝਦੇ ਹਾਂ, ਗੁਰਬਾਣੀ ਦੇ ਅਰਥਾਂ ਨੂੰ ਪੜ੍ਹਦੇ ਵਿਚਾਰਦੇ ਹਾਂ, ਫਿਰ ਸਾਨੂੰ ਗੁਰੂ ਸਾਹਿਬ ਜੀ ਅਸਲ ਮਾਰਗ ਦਿਖਾਉਂਦੇ ਨੇ, ਅਸਲ ਰਾਹ ਵਿਖਾਉਂਦੇ ਨੇ। ਭਾਈ ਆਹ ਰਾਹ ਇਸ ਤਰ੍ਹਾਂ ਹੈ। ਇੱਥੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਅਨੇਕਾਂ ਲੋਕ, ਕਰੋੜਾਂ ਲੋਕ ਜੰਮਦੇ ਨੇ, ਮਰਦੇ ਨੇ, ਕਰੋੜਾਂ ਲੋਕ ਜੂਨਾਂ ਭੋਗਦੇ ਨੇ ਮਾਨਸਿਕ ਤੌਰ ਤੇ, ਮਨ ਕਰਕੇ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ। ਕਰੋੜਾਂ ਲੋਕ ਮਹਾਰਾਜ ਕਹਿੰਦੇ ਇੱਥੇ ਬੈਠ ਕੇ ਖਾਣ ਵਾਲੇ ਵੀ ਨੇ, ਜਿਨ੍ਹਾਂ ਨੂੰ ਬੈਠਿਆ ਬਿਠਾਇਆ ਨੂੰ ਸਭ ਕੁਝ ਮਿਲਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਰੋੜਾਂ ਉਹ ਲੋਕ ਨੇ ਜਿਹੜੇ ਇੱਥੇ ਬੈਠੇ ਬਿਠਾਏ ਸਭ ਕੁਝ ਮਿਲੀ ਜਾ ਰਿਹਾ ਜਿਨ੍ਹਾਂ ਨੂੰ। ਕਈ ਕੋਟ ਘਾਲੈ ਥੱਕ ਪਾਹੇ। ਕਰੋੜਾਂ ਲੋਕ ਉਹ ਨੇ ਜਿਹੜੇ ਮਸ਼ੱਕਤ ਕਰਦੇ ਨੇ, ਮਿਹਨਤ ਕਰਦੇ ਨੇ, ਮਿਹਨਤ ਕਰਕੇ, ਕਮਾਈ ਕਰਕੇ ਆਪਣਾ ਜੀਵਨ ਨਿਰਵਾਹ ਕਰ ਰਹੇ ਨੇ।
ਗੁਰੂ ਅਰਜਨ ਸਾਹਿਬ ਮਹਾਰਾਜ ਸ੍ਰਿਸ਼ਟੀ ਦੀ ਬੇਅੰਤਤਾਈ ਬਾਰੇ, ਸ੍ਰਿਸ਼ਟੀ ਦੇ ਪਸਾਰੇ ਬਾਰੇ, ਕੁਦਰਤ ਦੇ ਪਸਾਰੇ ਬਾਰੇ ਸਾਨੂੰ ਸਮਝਾ ਰਹੇ ਨੇ ਵੀ ਕੁਦਰਤ ਕਿਹੋ ਜਿਹੀ ਹੈ, ਸ੍ਰਿਸ਼ਟੀ ਕਿਹੋ ਜਿਹੀ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ। ਸਤਿਗੁਰ ਮਹਾਰਾਜ ਕਹਿੰਦੇ ਕਰੋੜਾਂ ਲੋਕ ਧਨਵੰਤ ਬਣ ਗਏ, ਪਦਾਰਥਾਂ ਵਾਲੇ ਬਣ ਗਏ, ਅਮੀਰ ਬਣ ਗਏ, ਵੱਡੇ ਬਣ ਗਏ ਪੈਸੇ ਕਰਕੇ। ਕਈ ਕੋਟ ਮਾਇਆ ਮੈਂ ਚਿੰਤ। ਸਤਿਗੁਰ ਮਹਾਰਾਜ ਕਹਿ ਰਹੇ ਨੇ ਇੱਥੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ, ਸਤਿਗੁਰ ਮਹਾਰਾਜ ਕਹਿ ਰਹੇ ਨੇ ਕਰੋੜਾਂ ਐਸੇ ਬੰਦੇ ਹਨ ਜਿਨ੍ਹਾਂ ਨੂੰ ਮਾਇਆ ਦਾ ਫਿਕਰ ਲੱਗਿਆ ਰਹਿੰਦਾ, ਚਿੰਤਾ ਲੱਗੀ ਰਹਿੰਦੀ ਹੈ। ਜਹ ਜਹ ਭਾਣਾ ਤਹ ਤਹ ਰਾਖੇ ਨਾਨਕ, ਸਭ ਕਿਛ ਪ੍ਰਭ ਕੈ ਹਾਥੇ। ਇਹ ਨਿਚੋੜ ਆ ਜੀ ਇਸ ਬੰਦ ਦਾ। ਦੁਬਾਰਾ ਫਿਰ ਮੈਂ ਪੰਗਤੀ ਪੜ੍ਹਦਾ, ਜਹ ਜਹ ਭਾਣਾ ਤਹ ਤਹ ਰਾਖੇ। ਭਾਣਾ ਦਾ ਅਰਥ ਹੁੰਦਾ ਨਿਯਮ ਕਹਿ ਲਓ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਰਜ਼ਾ ਕਹਿ ਲਓ। ਪਾਤਸ਼ਾਹ ਜੀ ਕਹਿੰਦੇ ਜਿੱਥੇ ਜਿਵੇਂ ਜਿਵੇਂ ਮਾਲਕ ਦਾ ਭਾਣਾ ਵਰਤ ਰਿਹਾ, ਹੋ ਰਿਹਾ, ਉਸੇ ਤਰੀਕੇ ਨਾਲ ਮਾਲਕ ਨੇ, ਵਾਹਿਗੁਰੂ ਨੇ ਸਾਨੂੰ ਰੱਖਿਆ ਹੋਇਆ। ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਸਾਰਾ ਕੁਝ ਰੱਬ ਦੇ ਹੱਥ ਵਿੱਚ ਕਹਿ ਲਓ, ਪਰਮਾਤਮਾ ਦੇ ਨਿਯਮ ਵਿੱਚ ਕਹਿ ਲਓ, ਇਹ ਨਿਰੰਤਰ ਪਸਾਰਾ ਇਕਸਾਰ ਚੱਲ ਰਿਹਾ। ਹੁਣ ਇਹਨੂੰ ਧਿਆਨ ਨਾਲ ਸਮਝੋ, ਇਸ ਵਿਸ਼ੇ ਨੂੰ। ਰੱਬ ਦਾ ਭਾਣਾ ਕੀ ਹੁੰਦਾ ਹੈ? ਵੈਸੇ ਇਹਦੀ ਵਿਆਖਿਆ ਬਹੁਤ ਲੰਬੇਰੀ ਹੈ ਜੀ। ਅਚਨਚੇਤ ਸੰਸਾਰ ਅੰਦਰ ਬਹੁਤ ਕੁਝ ਵਾਪਰ ਜਾਂਦਾ ਹੈ, ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬੜਾ ਕੁਝ ਵਾਪਰਦਾ ਜੀ। ਅਸੀਂ ਕਹਿੰਦੇ ਹਾਂ ਵੀ ਰੱਬ ਦਾ ਭਾਣਾ, ਇਹ ਵੀ ਰੱਬ ਦਾ ਭਾਣਾ। ਕਈ ਵਾਰ ਬੰਦਾ, ਜਦੋਂ ਬੰਦੇ ਦੀ ਡੈਥ ਹੁੰਦੀ ਹੈ, ਸੰਸਾਰ ਤੋਂ ਚਲਾ ਜਾਂਦਾ ਹੈ, ਕੋਈ ਐਕਸੀਡੈਂਟ ਨਾਲ ਜਾਂ ਕੋਈ ਗਲਤ ਪਦਾਰਥ, ਗਲਤ ਤਰੀਕੇ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ, ਅਸੀਂ ਹਰ ਇੱਕ ਚੀਜ਼ ਨੂੰ ਰੱਬ ਦੇ ਭਾਣੇ ਨਾਲ ਜੋੜ ਦਿੰਦੇ ਹਾਂ। ਗੁਰੂ ਸਾਹਿਬ ਦਾ ਇੱਕ ਬਚਨ ਪੜ੍ਹਦੇ ਹਾਂ, ਜੋ ਕਿਛ ਪਾਇਆ ਸੋ ਇੱਕਾ ਵਾਰ। ਪਰਮਾਤਮਾ ਨੇ ਜੋ ਕੁਝ ਕਰਨਾ ਸੀ, ਜੋ ਕੁਝ ਬਣਾਉਣਾ ਸੀ, ਇੱਕ ਵਾਰ ਬਣਾ ਦਿੱਤਾ। ਠੀਕ ਹੈ, ਨਿਯਮ ਉਸ ਮਾਲਕ ਦਾ ਕੰਮ ਕਰਦਾ। ਜੇ ਅਸੀਂ ਨਿਯਮ ਦੇ ਅੰਦਰ ਚੱਲਾਂਗੇ ਨਾ, ਜ਼ਿੰਦਗੀ ਸੁਖਾਲੀ ਬਣ ਸਕਦੀ ਹੈ। ਜਦੋਂ ਨਿਯਮ ਤੋਂ ਵਾਰੀ ਹੋ ਜਾਂਦੇ ਆ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਆਪਾਂ ਬਚਨ ਪੜ੍ਹਦੇ ਹਾਂ। ਜਦੋਂ ਨਿਯਮ ਤੋਂ ਬਾਹਰ ਹੁਕਮ ਨਾ ਕੋਈ, ਹੁਕਮ ਤੋਂ ਬਾਹਰ ਤਾਂ ਕੋਈ ਹੈ ਨਹੀਂ। ਪਰ ਜਦੋਂ ਸਜ਼ਾ ਮਿਲਦੀ ਹੈ ਨਾ ਹੁਕਮ ਦੀ, ਫਿਰ ਹੁਕਮ ਦੇ ਵਿੱਚ ਉਹਨੂੰ ਸਜ਼ਾ ਮਿਲ ਜਾਂਦੀ ਹੈ। ਇੱਥੇ ਮਹਾਰਾਜ ਗੱਲ ਕਰ ਰਹੇ ਨੇ, ਜਹ ਜਹ ਭਾਣਾ ਤਹ ਤਹ ਰਾਖੇ ਨਾਨਕ, ਸਭ ਕੁਛ ਪ੍ਰਭ ਕੈ ਹਾਥੇ। ਉਸ ਮਾਲਕ ਦੇ ਨਿਯਮ ਤਹਿਤ ਸਭ ਕੁਝ ਵਾਪਰ ਰਿਹਾ, ਸਭ ਕੁਝ ਹੋ ਰਿਹਾ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਕਈ ਕੋਟ ਭਏ ਵੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਇਸ ਰਚਨਾ ਦੇ ਵਿੱਚ ਕਰੋੜਾਂ ਜੀਵ ਵੈਰਾਗ ਵਾਲੇ ਹਨ, ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ। ਕਰੋੜਾਂ ਜੀਵ ਇਸ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਵੈਰਾਗ ਵਾਲੇ ਨੇ, ਜਿਹੜੇ ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜ ਕੇ ਰੱਖਦੇ ਨੇ। ਸਤਿਗੁਰੂ ਮਹਾਰਾਜ ਅੱਗੇ ਕਹਿ ਰਹੇ ਨੇ ਜੀ, ਸਮਝਾ ਰਹੇ ਨੇ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਕਰੋੜਾਂ ਜੀ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ। ਕਈ ਕੋਟ ਪ੍ਰਭ ਕੋ ਖੋਜੰਤੇ, ਰੱਬ ਨੂੰ ਦੇਖਣ ਦੀ, ਖੋਜਣ ਦੀ ਤਾਂਘ ਲੱਗੀ ਰਹਿੰਦੀ ਹੈ। ਆਤਮ ਮੈਂ ਪਾਰ ਬ੍ਰਹਮ ਲਹੰਤੇ। ਸਤਿਗੁਰੂ ਮਹਾਰਾਜ ਕਹਿੰਦੇ, ਉਹਨਾਂ ਦੇ ਅੰਦਰ ਅਕਾਲ ਪੁਰਖ, ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ ਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਲੱਭਦੇ ਨੇ। ਆਤਮ ਮੈਂ
ਪਾਰ ਬ੍ਰਹਮ ਲਹੰਤੇ, ਆਪਣੇ ਅੰਦਰੋਂ ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਿਨਾਸ਼। ਕਰੋੜਾਂ ਲੋਕਾਂ ਨੂੰ, ਮਨੁੱਖਾਂ ਨੂੰ ਰੱਬ ਦੇ ਮਿਲਾਪ ਦੀ, ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ, ਅਤੇ ਉਹਨਾਂ ਤਾਂਘ ਵਾਲਿਆਂ ਨੂੰ ਹੀ ਮਾਲਕ ਅਬਿਨਾਸ਼ੀ ਪਰਮਾਤਮਾ ਮਿਲ ਜਾਂਦਾ ਹੈ। ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਕਰੋੜਾਂ ਜੀਵ ਮਾਲਕ ਦੀ, ਰੱਬ ਦੀ, ਵਾਹਿਗੁਰੂ ਦੀ ਸੰਗਤ ਮੰਗਦੇ ਨੇ, ਸਤ ਸੰਗ। ਪਾਰ ਬ੍ਰਹਮ ਤਿਨ ਲਾਗਾ ਰੰਗ, ਪਾਰ ਬ੍ਰਹਮ ਦਾ ਰੰਗ, ਵਾਹਿਗੁਰੂ ਦਾ ਰੰਗ ਉਹਨਾਂ ਨੂੰ ਲੱਗ ਗਿਆ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਸਤਿਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ ਜੀ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਪਾਤਸ਼ਾਹ ਜੀ ਸਮਝਾ ਰਹੇ ਨੇ, ਕਰੋੜਾਂ ਮਨੁੱਖ ਸੰਗਤ ਮੰਗਦੇ ਨੇ, ਉਸ ਅਕਾਲ ਪੁਰਖ ਦੇ ਦੀਦਾਰ ਮੰਗਦੇ ਨੇ। ਹੇ ਨਾਨਕ, ਉਹ ਮਨੁੱਖ ਸਦਾ ਭਾਗਾਂ ਵਾਲੇ ਹਨ ਜਿਨ੍ਹਾਂ ਉੱਤੇ ਪ੍ਰਭੂ ਆਪ ਤਰੁੱਠਦਾ ਹੈ, ਜਿਨ੍ਹਾਂ ਉੱਤੇ ਉਹ ਮਾਲਕ ਪਰਮਾਤਮਾ ਕਿਰਪਾ ਕਰ ਦਿੰਦਾ ਹੈ, ਰਹਿਮਤ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ ਹੈ। ਉਹ ਮਨੁੱਖ ਧਨਤਾ ਦੇ ਪਾਤਰ ਬਣ ਜਾਂਦੇ ਨੇ। ਅੱਗੇ ਅਗਲੀ ਸਤਿਗੁਰੂ ਮਹਾਰਾਜ ਅਗਲੇ ਬੰਦ ਅੰਦਰ ਕਹਿ ਰਹੇ ਨੇ ਜੀ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ। ਸਤਿਗੁਰੂ ਮਹਾਰਾਜ ਕਹਿੰਦੇ ਧਰਤੀ ਦੇ 9 ਖੰਡ ਅਤੇ 4 ਖਾਣੀਆਂ। ਸਤਿਗੁਰੂ ਮਹਾਰਾਜ ਕਹਿੰਦੇ ਕਈ ਕੋਟ ਖਾਣੀ ਅਰ ਖੰਡ। ਸਤਿਗੁਰੂ ਮਹਾਰਾਜ ਇੱਥੇ ਸਮਝਾ ਰਹੇ ਨੇ ਜੀ, ਦੱਸ ਰਹੇ ਨੇ ਜੀ, 4 ਖਾਣੀਆਂ ਅੰਡਜ, ਜੇਰਜ, ਸ਼ੇਤਜ, ਉਤਪੁਜ, ਜਿਤੋਂ ਸੰਸਾਰ ਦੀ ਪੈਦਾਇਸ਼ ਹੋਈ। ਅੰਡੇ ਤੋਂ ਪੈਦਾ ਹੋਣ ਵਾਲੇ, ਮੁੜਕੇ ਤੋਂ ਪੈਦਾ ਹੋਣ ਵਾਲੇ, ਪਾਣੀ ਤੋਂ ਪੈਦਾ ਹੋਣ ਵਾਲੇ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਇੱਥੇ ਪਾਵਨ ਪਵਿੱਤਰ ਬਾਣੀ ਦੇ ਅੰਦਰ, ਜੇਰ ਤੋਂ ਪੈਦਾ ਹੋਣ ਵਾਲੇ ਕਈ ਕੋਟ ਖਾਣੀ ਅਰ ਖੰਡ। 9 ਖੰਡ ਨੇ ਇਹ ਸੰਸਾਰ ਦਾ ਜਿਹੜਾ ਪਸਾਰਾ ਹੈ। ਕਈ ਕੋਟ ਆਕਾਸ਼ ਬ੍ਰਹਿਮੰਡ। ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਆਕਾਸ਼ ਬ੍ਰਹਿਮੰਡ, ਕਰੋੜਾਂ ਹੀ ਜੀਵ ਹਨ ਇਸ ਆਕਾਸ਼ ਬ੍ਰਹਿਮੰਡ ਦੇ ਵਿੱਚ। ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ। ਸਤਿਗੁਰੂ ਮਹਾਰਾਜ ਕਹਿੰਦੇ ਕਈ ਕੋਟ ਹੋਏ ਅਵਤਾਰ, ਬਹੁਤ ਇੱਥੇ ਅਵਤਾਰ ਵੀ ਹਨ। ਕਈ ਜੁਗਤ ਕੀਨੋ ਵਿਸਤਾਰ, ਅਨੇਕਾਂ ਤਰੀਕਿਆਂ ਨਾਲ, ਅਨੇਕਾਂ ਜੁਗਤੀਆਂ ਨਾਲ ਉਸ ਮਾਲਕ ਨੇ ਆਪਣਾ ਵਿਸਤਾਰ ਕੀਤਾ ਹੋਇਆ ਹੈ। ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਪ੍ਰਭ ਏਕ ਓੰਕਾਰ। ਏਡਾ ਵੱਡਾ ਪਸਾਰਾ, ਏਡੀ ਵੱਡੀ ਖਲਕਤ ਵਿੱਚ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਆ ਪਸਰਿਆ ਹੋਇਆ ਹੈ। ਕਈ ਕੋਟ ਕੀਏ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਮਾਏ ਸਮਾਤ। ਸਤਿਗੁਰੂ ਮਹਾਰਾਜ ਕਹਿੰਦੇ ਕਈ ਤਰੀਕਿਆਂ ਨਾਲ, ਕਈ ਭਾਂਤ ਨਾਲ ਪ੍ਰਭੂ ਆਪ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ। ਅੱਗੇ ਮਹਾਰਾਜ ਇਸ ਬੰਦ ਦਾ ਨਿਚੋੜ ਦੇ ਰਹੇ ਨੇ ਜੀ, ਤਾਂ ਕਾ ਅੰਤ ਨਾ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ, ਕਿਉਂਕਿ ਹੇ ਨਾਨਕ ਉਹ ਪ੍ਰਭੂ ਆਪਣੇ ਵਰਗਾ ਆਪ ਹੀ ਹੈ, ਜਿਹਨੂੰ ਗੁਰਬਾਣੀ ਨੇ ਸਹਿਭੰਗ ਕਰਕੇ ਲਿਖਿਆ, ਜਿਹਦੇ ਵਰਗਾ ਉਹ ਆਪ ਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਏਡੇ ਵੱਡੇ ਪਸਾਰੇ ਵਿੱਚ ਆਪ ਰਚਿਆ ਹੋਇਆ, ਕਣ ਕਣ ਅੰਦਰ, ਜ਼ਰੇ ਜ਼ਰੇ ਅੰਦਰ ਵਸਿਆ ਹੋਇਆ। ਉਹ ਮਾਲਕ ਪਰਮਾਤਮਾ, ਉਹਦਾ ਕੋਈ ਬੰਦਾ ਅੰਤ ਨਹੀਂ ਪਾ ਸਕਦਾ, ਜਾਣ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਆਪੇ ਆਪ ਨਾਨਕ ਪ੍ਰਭ ਸੋਏ, ਆਪ ਹੀ ਉਹ ਇਸ ਪਸਾਰੇ ਅੰਦਰ ਵਸਿਆ ਹੋਇਆ। ਅੱਗੇ
4 ਨੰਬਰ ਜਿਹੜਾ ਬਣਦਾ, 8 ਨੰਬਰ ਜਿਹੜਾ ਬਣਦਾ, ਮਹਾਰਾਜ ਕਹਿ ਰਹੇ ਨੇ ਜੀ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਬਤ ਆਤਮ ਪ੍ਰਗਾਸ। ਸਤਿਗੁਰ ਮਹਾਰਾਜ ਕਹਿ ਰਹੇ ਨੇ ਸਾਰਾ ਜਗਤ ਹੈ ਜਿਹੜਾ, ਜਗਤ ਦੀ ਰਚਨਾ ਹੈ ਜਿਹੜੀ, ਮਹਾਰਾਜ ਕਹਿੰਦੇ ਕਰੋੜਾਂ ਜੀ ਪ੍ਰਭੂ ਦੇ ਸੇਵਕ ਭਗਤ ਹਨ, ਉਹਨਾਂ ਦੇ ਅੰਤਰਾਤਮੇ ਵਿੱਚ ਪ੍ਰਭੂ ਦਾ ਪ੍ਰਕਾਸ਼ ਹੋ ਗਿਆ। ਤਿਨ ਹੋਬਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੈ ਏਕੋ ਨੇਤਰੇ। ਸਤਿਗੁਰ ਮਹਾਰਾਜ ਕਹਿੰਦੇ ਕਰੋੜਾਂ ਜੀਵ ਜਗਤ ਦੇ ਅਸਲੇ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਪਾ ਕੇ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ। ਸਦਾ ਨਿਹਾਰੈ ਏਕੋ ਨੇਤਰੇ, ਉਹ ਮਾਲਕ ਵਾਹਿਗੁਰੂ ਸਭ ਨੂੰ, ਸਤਿਗੁਰ ਮਹਾਰਾਜ ਕਹਿ ਰਹੇ ਨੇ, ਇੱਕ ਪ੍ਰਭੂ ਨੂੰ ਅੱਖ ਨਾਲ ਹਰ ਥਾਂ ਵੇਖਦੇ ਹਨ। ਜਦੋਂ ਉਸ ਅਕਾਲ ਪੁਰਖ ਨਾਲ ਸਾਂਝ ਪੈ ਗਈ, ਉਹ ਅਕਾਲ ਪੁਰਖ ਨਾਲ ਇਕਸਾਰਤਾ ਬਣ ਗਈ, ਅੰਦਰ ਦਾ ਭੇਦ ਖਤਮ ਹੋ ਗਿਆ। ਹੁਣ ਹਰ ਥਾਂ ਤੋਂ ਮਾਲਕ ਵਿਖਦਾ ਹੈ, ਦਿਸ ਰਿਹਾ ਹੈ ਜ਼ਰੇ ਜ਼ਰੇ ਅੰਦਰੋਂ। ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਤ ਸਤ ਹੀ ਜੀਵੈ। ਉਹ ਨਾਮ ਦਾ ਰਸ ਪੀ ਲੈਂਦੇ ਨੇ ਅਤੇ ਅਮਰ ਹੋ ਜਾਂਦੇ ਨੇ, ਕਦੇ ਮਰਦੇ ਨਹੀਂ, ਆਤਮਿਕ ਤੌਰ ਤੇ ਅਮਰ ਹੋ ਜਾਂਦੇ ਨੇ। ਕਈ ਕੋਟ ਨਾਮ ਗੁਣ ਗਾਵੈ, ਸਤਿਗੁਰ ਮਹਾਰਾਜ ਕਹਿੰਦੇ ਕਰੋੜਾਂ ਜੀਵ ਉਸ ਮਾਲਕ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਆਤਮ ਰਸ ਸੁਖ ਸਹਿਜ ਸਮਾਵੈ, ਉਹਨਾਂ ਦੀ ਜ਼ਿੰਦਗੀ ਵਿੱਚ ਰਸ ਆ ਜਾਂਦਾ ਹੈ, ਟਿਕਾ ਜਾਂਦਾ, ਸਹਿਜ ਆ ਜਾਂਦਾ ਹੈ। ਆਪਣੇ ਜਨ ਕਉ ਸਾਸ ਸਾਸ ਸੰਭਾਰੇ, ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਆਪਣੇ ਜਨ ਨੂੰ, ਆਪਣੇ ਸੇਵਕ ਨੂੰ ਸਤਿਗੁਰ ਮਹਾਰਾਜ ਕਹਿੰਦੇ ਪ੍ਰਭੂ ਆਪਣੇ ਭਗਤਾਂ ਨੂੰ ਦਮ ਬਾ ਦਮ ਚੇਤੇ ਰੱਖਦਾ ਹੈ, ਕਿਉਂਕਿ ਇਹ ਨਾਨਕ ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਨੇ। ਇੱਥੇ ਆਪਾਂ ਇੱਕ ਲੜੀ ਦੇ ਤਹਿਤ ਵਿਚਾਰ ਕਰਦੇ ਆ ਰਹੇ ਹਾਂ ਜੀ, ਅੱਖਰੀ ਅਰਥ ਥੋੜਾ ਥੋੜਾ ਭਾਵ ਵਿਚਾਰਨ ਦਾ ਯਤਨ ਕਰਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਮਾਲਕ ਦੀ ਬੇਅੰਤਤਾਈ ਬਾਰੇ ਆਪਾਂ ਨੂੰ ਸਮਝਾਇਆ ਹੈ, ਦੱਸਿਆ ਹੈ। ਕੋਈ ਮਨੁੱਖ, ਕੋਈ ਬੰਦਾ ਉਸ ਬੇਅੰਤਤਾਈ ਦਾ ਅੰਤ ਨਹੀਂ ਪਾ ਸਕਦਾ। ਦੁਨੀਆ ਦੀ ਪੈਦਾਇਸ਼ ਬਾਰੇ, ਦੁਨੀਆ ਦੇ ਪਸਾਰੇ ਬਾਰੇ ਸਤਿਗੁਰ ਮਹਾਰਾਜ ਨੇ ਅਸ਼ਟਪਦੀ ਦੇ ਅੰਦਰ ਸਾਡੇ ਸਾਹਮਣੇ ਵਿਚਾਰ ਰੱਖੀ ਹੈ। ਗੁਰੂ ਕਿਰਪਾ ਕਰੇ ਜੀ, ਇਹ ਲੜੀ ਬਾਰ 10 ਨੰਬਰ ਅਸ਼ਟਪਦੀ ਸੀ ਸੁਖਮਨੀ ਸਾਹਿਬ ਬਾਣੀ ਦੀ। ਤੁਸੀਂ ਆਪ ਖੁਦ ਬਾਣੀ ਰੋਜ਼ਾਨਾ ਪੜ੍ਹਦੇ ਹੋ, ਇਹਦੇ ਭਾਵ ਨੂੰ, ਅਰਥਾਂ ਨੂੰ ਵੇਖ ਸਕਦੇ ਹੋ। ਮਹਾਰਾਜ ਨੇ ਇਸ ਬਾਣੀ ਦੇ ਅੰਦਰ ਕਿਹੜੀ ਕਮਾਲ ਦੀ ਵਿਚਾਰ ਦਿੱਤੀ ਹੈ, ਉਸ ਬ੍ਰਹਮੰਡ ਬਾਰੇ, ਉਸ ਮਾਲਕ ਦੇ ਪਸਾਰੇ ਬਾਰੇ ਸਾਨੂੰ ਸਮਝਾਇਆ। ਸੋ ਆਓ ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਲੜੀ ਬਾਰ ਵਿਚਾਰ, ਜਿਹੜੀ ਬਾਣੀ ਦੀ ਵਿਚਾਰ ਰੋਜ਼ਾਨਾ ਆਪਾਂ ਕਰਦੇ ਹਾਂ ਜੀ। 276 ਅੰਕ ਤੇ ਆਪਾਂ ਪਹੁੰਚੇ ਹਾਂ।